विजय प्रताप सिंह जी, बहुत तुहाडी जिंदगी वधिया ते तुसीं नैतिक कदरां कीमतां ते बहुत पहरा दिता अपनी जिंदगी दे विच। सच बोलण ते इंसाफ करन दे उत्ते कबीर जी का शब्द भी तुसीं अपने लाया होया सी दफ्तर दे विच, ਉਹਦੇ ਤੇ ਤੁਸੀਂ ਪਹਿਰਾ ਵੀ ਦਿੱਤਾ। ਤੁਸੀਂ ਆਪਣਾ ਜਿਹੜਾ ਆਈਕਨ ਆ ਉਹਦੇ ਤੇ ਵੀ ਲਿਖਿਆ ਹੋਇਆ ਦੇਸ਼ ਸੇਵਾ ਵਰਗੋ ਇਹ ਸ਼ੁਭ ਕਰਮ ਤੇ ਕਮੋ ਨਾ ਡਰੋ। ਬਹੁਤ ਚੰਗਾ ਲੱਗਦਾ ਮੈਨੂੰ। ਤੁਸੀਂ ਪਟਨਾ ਵਿੱਚ ਜੰਮੇ, ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜਨਮ ਸਥਾਨ ਉਹੀ ਹੈ। ਬਹੁਤ ਲੋਕੀ ਉੱਥੇ ਪੈਦਾ ਹੋਏ ਨੇ, ਪਰ ਕਹਿ ਨਹੀਂ ਸਕਦੇ ਕਿ ਕਿਸੇ ਤੇ ਕੋਈ ਅਸਰ ਹੋਇਆ ਹੋਵੇਗਾ। ਤੁਸੀਂ ਕਿਵੇਂ ਅਸਰ ਕਬੂਲਿਆ? जिथे तक देखो, शुभ कर्मन ते कबहू ना टरो। शुभ कर्मन ते कबहू ना टरो आम ही लोग बोलते रहते हैं, लेकिन ये उत्ते अमल करना बहुत मुश्किल का काम होंदा है, बहुत ही मुश्किल होंदा है। सब तो पहला तो यह देखना है कि शुभ कर्मन, शुभ काम है कि, और शुभ काम करन दे विच बहुत ज़्यादा परेशानियां होंदी है, क्योंकि साडी जो सोसाइटी है, सिस्टम है, ਉਹਦੇ ਵਿੱਚ ਚੰਗਾ काम जेकर करना है तो ਉਹਦੇ ਵਿੱਚ परेशानी ही परेशानी है। हर स्टैप ਤੇ परेशानी आउंदी है। ਮੈਨੂੰ याद है कि ਜਦੋਂ मैं ਅੰਮ੍ਰਿਤਸਰ SSP ਆਇਆ ਸੀ सन 2007 ਦੇ ਵਿੱਚ, ਤਾਂ ਜੋ ਸਰਕਾਰੀ ਕਰ ਹੁੰਦਾ ਹੈ SSP ਦਾ ਜਾਂ CP ਦਾ, तो सारे अपना नाम लिखवाउंदे ने। जदों अगला चला जाता है उहदी थां जो नवा आउंदा है उहदा नाम लिख दिता जाता है। मेरे मन दे विच गल आई कि अपना नाम लिखाउणा ही नहीं है। मैं उत्थे लिख दिता शुभ कर्मन ते कबहू ना टरो। और मैनू खुशी है कि हाँ, उस चीज़ नूं किसी ने हटाया नहीं। अज भी SSP जो हुण CP दा रेजिडेंस बन गया है, जेकर असीं जा के देखिए तो उत्थे एज इट इज है शुभ कर्मन ते कबहू ना टरो। ਹੁੰਦਾ ਕੀ ਹੈ ਕਿ ਜਦੋਂ ਇਹ ਸੰਕਲਪ ਅਸੀਂ ਲੈ ਲੈਂਦੇ ਹਾਂ ਤਾਂ ਹਰ ਤਰੀਕੇ ਦੀ ਪਰੇਸ਼ਾਨੀ ਦਾ, ਕਠਿਨਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋਣਾ ਪੈਂਦਾ ਹੈ। ਕਈ ਲੋਕੀ ਬੋਲਦੇ ਨੇ ਕਿ ਕੈਲਕੂਲੇਟਡ ਰਿਸਕ ਲੈਣਾ ਚਾਹੀਦਾ ਹੈ। ਰਿਸਕ ਕਦੇ ਵੀ ਕੈਲਕੂਲੇਟਡ ਨਹੀਂ ਹੁੰਦਾ। ਨਹੀਂ, ਇਹ ਤਾਂ ਗੱਲ ਵੀ ਬਣਦੀ। ਜਦੋਂ ਕੈਲਕੂਲੇਟਡ ਹੋ ਹੀ ਗਿਆ ਤਾਂ ਫਿਰ ਰਿਸਕ ਹੁੰਦਾ ਨਹੀਂ। ਕਈ ਲੋਕੀ ਕੰਫਰਟ ਜ਼ੋਨ ਤੋਂ ਬਾਹਰ ਨਹੀਂ ਨਿਕਲਦੇ ਨੇ। ਤਾਂ ਜੇਕਰ ਅਮਲ ਕਰਨਾ ਹੈ शुभ कर्मन ते कबहू ना टरो, तो अपने कंफर्ट जोन तो बाहर आना पैंदा है। तुसीं कई बारी देखोगे, जदों मैं IPS अफसर हुंदा सी, खासकर अमृतसर दे विच तकरीबन 2.5 साल तक मैं रहा। मैं एक डेली वेजर के तौर पर काम किया। डेली वेजर इन द सेंस कि रोज़ लोग जाते सी मेरी बदली कराउण वास्ते, तो एक दिन बीत जाता सी तो मैनूं लगदा सी कि चलो एक दिन हो गया, तो एक एक दिन करके मेरा 2.5 साल लग गया सी। वो सिर्फ इस करके कि जेकर आम पब्लिक नूं, जो आम जनता है, उन्होंने जेकर कोई जस्टिस देना है, इंसाफ देना है, तो सिस्टम आड़े आ जाता है। तो जो माफिया है, आज तक किसी ने माफिया की परिभाषा नहीं की, और माफिया ही सिस्टम नूं चलाउंदे ने। ਮਾਫੀਆ ਦੀ ਗੱਲ ਤੁਸੀਂ ਕਰ ਰਹੇ ਹੋ। ਹੁਣ ਕੱਲ ਪਰਸੋਂ ਦੀ ਖਬਰ ਹੈ ਕਿ ਇੱਕ ਪੁਲਿਸ ਵਾਲੇ ਨੂੰ ਗੱਡੀ ਥੱਲੇ ਧੜਕ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਘਟਨਾ ਇਦਾਂ ਦੀ ਬਿਹਾਰ ਦੇ ਵਿੱਚ ਹੋਇਆ ਸੀ। ਹਾਂ, ਉਦੋਂ ਵੀ ਹੋਇਆ ਸੀ। ਇਹ ਸਤਿੰਦਰ ਦੁਬੇ ਦਾ ਮਰਡਰ ਹੋਇਆ ਸੀ। ਨਾਮ ਮੈਨੂੰ ਭੁੱਲ ਜਾਂਦੇ ਆ, ਪਰ ਮੈਨੂੰ ਯਾਦ ਆ ਵੀ ਇੱਕ ਪਹਿਲਾਂ ਇਸ ਤਰ੍ਹਾਂ ਹੋਇਆ ਸੀ ਤੇ ਹੁਣ ਇਸ ਤਰ੍ਹਾਂ ਫੇਰ ਹੋਇਆ ਇੱਕ ਕੇਸ। ਤੇ ਤਾਂ ਬਾਰ-ਬਾਰ ਹੁੰਦਾ ਹੈ, ਹਰ ਥਾਂ ਤੇ ਹੁੰਦਾ ਹੈ। ਤਾਂ ਅਸੀਂ ਦੇਖੋ, ਇਸ ਚੀਜ਼ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਪੈਂਦਾ ਹੈ ਹਮੇਸ਼ਾ। ਇਹਦੇ ਵਿੱਚ है कि अपनी जो दृष्टि है, नज़र बिल्कुल पक्की होनी चाहिए है। क्यों कि जो अपना टारगेट है उस टारगेट को अचीव करना है, और वो वास्ते संकल्प लेके सेल्फ कॉन्फिडेंस होना चाहिए है। सेल्फ कॉन्फिडेंस तो बाद आम पब्लिक का सहयोग भी बहुत जरूरी होता है। ਇੱਥੇ ਮੈਂ ਭਗਤ ਪੂਰਨ ਸਿੰਘ ਜੀ ਦੀ ਗੱਲ ਦੱਸਾਂਗੀ ਕਿ ਜਦੋਂ ਉਹਨਾਂ ਨੇ ਪਿੰਗਲਣਾ ਸ਼ੁਰੂ ਕੀਤਾ ਇੱਥੇ, ਤਾਂ ਉਹਨਾਂ ਕੋਲ ਕੋਈ ਪੈਸਾ ਨਹੀਂ ਸੀ, ਨਾ ਕੋਈ ਜਗ੍ਹਾ ਸੀ ਰਹਿਣ ਵਾਸਤੇ, ਨਾ ਕੋਈ ਛੱਤ ਸੀ ਸਿਰ ਦੇ ਉੱਤੇ, ਤੇ ਨਾ ਕੋਈ ਹੈਲਪਰ ਹੀ ਸੀਗਾ। ਮਰੀਜ਼ ਇਹੋ ਜਿਹੇ ਆ ਜਾਂਦੇ ਸੀ ਜਿਹੜੇ ਆਪਣੀ ਕਿਰਿਆ ਵੀ ਨਹੀਂ ਕਰ ਸਕਦੇ ਸੀਗੇ। ਉਹਨਾਂ ਵਾਸਤੇ ਰੋਟੀ ਦਾ ਪ੍ਰਬੰਧ ਕਰਨਾ, ਉਹਨਾਂ ਵਾਸਤੇ ਕੱਪੜੇ ਦਾ ਪ੍ਰਬੰਧ ਕਰਨਾ। ਤੇ ਜਦੋਂ ਮੰਗਣ ਜਾਂਦੇ ਸੀ ਸ਼ਹਿਰ ਵਿੱਚ, ਲੋਕ ਉਹਨਾਂ ਨੂੰ ਜਾਣਦੇ ਨਹੀਂ ਸੀ, ਆਪਣਾ ਉਹਨਾਂ ਦੀ ਡਰੈਸ ਵਕੀਲਾਂ ਵਰਗੀ ਹੁੰਦੀ ਸੀ। ਤੇ ਉਹਨਾਂ ਨੇ ਫਿਰ ਜੋ ਬਰਦਾਸ਼ਤ ਕੀਤਾ, ਜੋ ਅਸੀਂ ਬਿਹੇਵ ਕਰਦੇ ਹਾਂ ਇਹੋ ਜਿਹੇ ਮਤਲਬ ਮੰਗਤਿਆਂ ਨਾਲ,
ਲੋਕਾਂ ਨੇ ਵੀ ਬਹੁਤ ਬਹੁਤ ਕੁਛ ਕਿਹਾ। ਇੱਕ ਵਾਰੀ ਤਾਂ ਕਹਿੰਦੇ ਕਿਸੇ ਕੋਲ ਦਾਰ ਲੈਣ ਚਲੇ ਗਏ ਤੇ ਉੱਥੇ ਉੱਠਣ ਹੀ ਨਾ, ਉਹ ਬੰਦਾ ਫੜ ਕੇ ਨਾ ਘੜੀਸ ਕੇ ਪਰਾਂ ਛੱਡ ਕੇ ਆਵੇ, ਉਹ ਫਿਰ ਚਲੇ ਜਾਣ। ਇਸ ਤਰ੍ਹਾਂ 10-15 ਵਾਰੀ ਉਹਨਾਂ ਨਾਲ ਹੋਇਆ। ਤੇ ਤੁਸੀਂ ਦੱਸੋ ਵੀ ਇਹ ਵੀ ਛੋਟੀ ਜਿਹੀ ਗੱਲ ਨਹੀਂ ਕਿ ਬਾਰ-ਬਾਰ ਇਨਸਲਟ ਬਰਦਾਸ਼ਤ ਕਰਨੇ ਵੀ ਕਿੱਡਾ ਕਿੱਡਾ ਸੌਖਾ ਕੰਮ ਆ। ਪਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦਾ ਨਿਸ਼ਚਾ ਸੀ ਪੂਰਾ ਜੀ ਵੀ ਇਹ ਕੰਮ ਕਰਨਾ ਹੀ ਕਰਨਾ, ਇਹਦੇ ਤੋਂ ਪਿੱਛੇ ਨਹੀਂ तो ਹਟਣਾ। निष्ठा होनी चाहिए है और दृढ़ निश्चय होना चाहिए है, ताही ਤਾਂ आगे कहा गया है ना कि निश्चय कर अपनी जीत करो। ਨਿਸ਼ਚੈ ਕਰੋ। ਤਾਂ ਉਹ ਨਿਸ਼ਠਾ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਭਗਤ ਪੂਰਨ ਸਿੰਘ ਜੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਇੱਕ ਇੱਕ ਪਲ ਉਹ ਸਬਕ ਲੈਣ ਵਾਲਾ ਹੈ। ਅਸੀਂ ਕਿਸ ਤਰੀਕੇ ਦੇ ਨਾਲ ਸਬਕ ਲਈਏ। ਦੇਖੋ ਭਾਵੇਂ ਰੇਲਵੇ ਸਟੇਸ਼ਨ ਹੈ, ਸੜਕ ਦਾ ਫੁੱਟਪਾਥ ਹੈ, ਉੱਥੇ ਕੋਈ ਬਿਮਾਰ ਵਿਅਕਤੀ ਪਿਆ ਹੈ ਜਾਂ ਕਿਸੇ ਵੀ ਕਿਸਮ ਦਾ ਮਤਲਬ ਜ਼ਰੂਰਤਮੰਦ ਵਿਅਕਤੀ ਹੈ, ਉਸ ਦੀ ਸੇਵਾ ਕਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਉਹਨਾਂ ਨੇ ਕੁਝ ਵੀ ਨਹੀਂ ਦੇਖਿਆ, ਨਾ ਜਾਤ ਪਾਤ ਨਾ ਕਿਸੇ ਚੀਜ਼ ਦਾ, ਔਰ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਸੀ। ਔਰ ਅੱਜ ਦੇਖੋ ਪਿੰਗਲਵਾੜਾ, ਜਿਸ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਰਹੇ ਹੋ, ਅੱਜ ਇਹ ਪਿੰਗਲਵਾੜਾ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਔਰ ਹਰ ਪਾਸੇ ਇੰਡੀਆ ਦੇ ਵਿੱਚ ਤਾਂ ਹੈ ਹੀ। ਅੰਮ੍ਰਿਤਸਰ ਸ਼ਹਿਰ ਦਾ ਵੀ ਨਾਂ ਦੇਖੋ ਪਿੰਗਲਵਾੜਾ, ਐਸੇ ਬਹੁਤ ਸਾਰੀ ਸੰਸਥਾਵਾਂ ਨੇ, ਜਿਸ ਤਰ੍ਹਾਂ ਮੰਨ ਲਓ ਚੈਰੀਟੇਬਲ ਇੰਸਟੀਟਿਊਸ਼ਨਸ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਹੈ, ਸ੍ਰੀ ਹਰਮੰਦਿਰ ਸਾਹਿਬ, ਦੁਰਗਿਆਨਾ ਮੰਦਿਰ। ਲੇਕਿਨ ਜਦੋਂ ਬਾਹਰੋਂ ਯਾਤਰੂ ਆਉਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਪਿੰਗਲਵਾੜਾ ਜ਼ਰੂਰ ਜਾਣਾ ਹੈ। ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਲਿਆ, ਦੁਰਗਿਆਨਾ ਮੰਦਿਰ ਦੇ ਵਿੱਚ ਮੱਥਾ ਟੇਕ ਲਿਆ, ਕਈ ਲੋਕੀ ਬਾਘਾ ਬਾਰਡਰ ਵੀ ਜਾਂਦੇ ਨੇ। ਪਿੰਗਲਵਾੜਾ ਵੀ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਇੱਕ ਵਾਰ ਵੇਖ ਕੇ ਆਈਏ। ਕਿਉਂ? ਦੇਖੋ ਜੋ ਸਹੀ ਮਾਇਨੇ ਦੇ ਵਿੱਚ ਮਨੁੱਖਤਾ ਦੀ ਸੇਵਾ ਹੈ ਉਹ ਪਿੰਗਲਵਾੜਾ ਦੇ ਵਿੱਚ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ਔਰ ਉਹਨਾਂ ਕਰਕੇ, ਉਹਨਾਂ ਦੇ ਯਤਨਾਂ ਸਦਕਾ ਤੁਸੀਂ ਦੇਖੋ ਅੱਜ ਦੂਸਰਾ ਕੈਂਪਸ ਵੀ ਬਣ ਗਿਆ। ਹੁਣ ਕਈ ਸ਼ਹਿਰਾਂ ਦੇ ਵਿੱਚ ਵੀ ਬ੍ਰਾਂਚਿਸ ਵੀ ਹੈਗੀਆਂ, ਸੰਗਰੂਰ ਵੀ ਬ੍ਰਾਂਚ ਸੀ। ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਸੰਗਰੂਰ ਬ੍ਰਾਂਚ ਸੰਗਰੂਰ ਜਾਵਾਂਗੇ ਅਸੀਂ, ਉਦੋਂ ਮੌਕਾ ਮਿਲਿਆ ਨਹੀਂ, ਜ਼ਰੂਰ ਅਸੀਂ ਜ਼ਰੂਰ ਜਾਵਾਂਗੇ। ਉੱਥੇ ਜਿਹੜੇ ਸਾਡੇ ਕੰਮ ਕਰ ਰਹੇ ਨੇ, ਅੱਛਾ ਇਹਦੇ ਨਾਲ ਇੱਕ ਤਾਕਤ ਮਿਲਦੀ ਹੈ ਜਦੋਂ ਤੁਸੀਂ ਸ਼ੁਭ ਕਰਮਨ ਕਰਦੇ ਹੋ ਤੇ ਕਿਸਮ ਦੀ ਤੁਹਾਨੂੰ ਸਟਰੈਂਥ ਵੀ ਮਿਲਦੀ ਹੈ ਤੇ ਖੁਸ਼ੀ ਵੀ ਮਿਲਦੀ ਹੈ। ਸਾਡੇ ਜਿਹੜੇ ਉੱਥੇ ਇੰਚਾਰਜ ਨੇ ਇਸ ਵੇਲੇ 99 ਇਅਰਸ ਦੇ ਜੀ, ਨਹੀਂ ਮੈਂ ਜ਼ਰੂਰ ਜਾਵਾਂਗਾ। ਚੀਮਾ ਤਰਲੋਚਨ ਸਿੰਘ ਚੀਮਾ, ਉਹ ਮੈਨੂੰ ਰੱਬ ਕਰੇ ਉਹਨਾਂ ਦੀ ਲੰਬੀ ਉਮਰ ਹੋਵੇ। ਹੁਣ ਵੀ ਉਹ 8:30 ਵਜੇ ਪਿੰਗਲਵਾੜੇ ਪਹੁੰਚ ਜਾਂਦੇ ਆ ਸਵੇਰੇ, ਜਿਹੜੇ 90 ਸਾਲ ਦੀ ਉਮਰ 'ਚ ਨੇ। ਤਾਂ ਇਹਦਾ ਮਤਲਬ ਵੀ ਮੈਂ ਆਪਣਾ ਤੁਹਾਨੂੰ ਦੱਸਦੀ ਹਾਂ, ਵੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਿਵੇਂ ਮਤਲਬ ਸਪਿਰਿਚੁਅਲ ਹੈਪੀਨੈਸ ਕੀ ਹੁੰਦੀ ਹੈ, ਸਪਿਰਿਚੁਅਲ ਹੈਪੀਨੈਸ ਕਿਵੇਂ ਮਿਲਦੀ ਹੈ। ਬੜੀ ਵਾਰੀ ਮੈਂ ਦੱਸਿਆ, ਆਪਣੀ ਭਾਵਨਾ ਪ੍ਰਗਟ ਕਰਦੀ ਹਾਂ ਕਿ ਜਦੋਂ ਪਿੰਗਲਾ ਸੰਸਥਾ ਵਿੱਚ ਅਸੀਂ ਪਹਿਲੀ ਵਾਰੀ ਬਣਾਵਟੀ ਅੰਗ ਸ਼ੁਰੂ ਕੀਤੇ ਤਾਂ ਇੱਕ ਲੜਕਾ ਆਇਆ ਹਰਿਆਣੇ ਤੋਂ, ਕੋਈ 25-26 ਸਾਲ ਹੋ ਗਏ। ਟ੍ਰੇਨ ਐਕਸੀਡੈਂਟ, ਦੋਨੋਂ ਲੱਤਾਂ ਕੱਟੀਆਂ ਗਈਆਂ ਸੀ। ਤਾਂ ਨੈਚੁਰਲੀ ਉਹਨੂੰ ਚੁੱਕ ਕੇ ਲਿਆਏ ਸੀਗੇ। ਅਤੇ ਫਿਰ ਜਦੋਂ ਦੋਨੋਂ ਲੱਤਾਂ ਲੱਗ ਗਈਆਂ ਤਾਂ ਤੁਰ ਪਿਆ। ਅਤੇ ਸਾਡਾ ਪਿੰਡ ਦਾ ਬੱਚਾ ਹੀ ਕੰਮ ਕਰਦਾ ਉੱਥੇ ਦਾ ਮੇਰੇ ਕੋਲ ਭੱਜਿਆ ਆਇਆ, ਵਿਜੀ ਆਇਆ, ਮੈਂ ਕੀ ਹੋਇਆ? ਦੇਖੋ ਉਹਨੂੰ ਚੁੱਕ ਕੇ ਲਿਆਏ ਸੀ, ਤੁਰ ਕੇ ਚੱਲਿਆ। ਤਾਂ what spiritual happiness you get from this, ਕਿ ਕਿੰਨਾ ਮਜ਼ਾ ਆਉਂਦਾ ਤੁਹਾਨੂੰ ਵੀ ਤੁਸੀਂ ਕਿਸੇ ਨੂੰ ਇਸ ਕਾਬਿਲ ਬਣਾ ਦਿੱਤਾ। ਤੁਸੀਂ ਇੱਕ ਜ਼ਰੀਆ ਬਣ ਗਏ। ਬਣਾਉਣ ਵਾਲਾ ਤਾਂ ਵਾਹਿਗੁਰੂ ਹੈ, ਖਾਣ ਦੇਣ ਵਾਲਾ ਵੀ ਉਹੀ ਹੈ, ਪਰ ਇੱਕ ਜ਼ਰੀਆ ਬਣ ਜਾਣਾ। ਹੁਣ ਜਿਹੜਾ ਅਸੀਂ ਬਣਾਵਟੀ ਹੈ ਜਿਹੜਾ ਸ਼ੁਰੂ ਕੀਤਾ ਅਸੀਂ ਸਪਾਈਨਲ ਕਾਰਡ ਇੰਜਰੀ ਵਾਲਾ, ਬੜੀ ਵਾਰ ਤੁਹਾਨੂੰ 2-3 ਵਾਰੀ ਰਿਕੁਐਸਟ ਕੀਤੀ ਹੈ ਵੀ ਤੁਸੀਂ ਆ ਕੇ ਦੇਖੋ। ਤਾਂ ਜਿਹੜੇ ਸਪਾਈਨਲ ਕਾਰਡ ਇੰਜਰੀ ਦੀ ਐਸੋਸੀਏਸ਼ਨ ਬਣੀ ਹੋਈ ਹੈ ਥਰੂ ਆਊਟ ਇੰਡੀਆ, ਅਤੇ ਉਹਨਾਂ ਕੋਲ ਸਾਰਿਆਂ ਦੀ ਲਿਸਟ ਹੈਗੀ ਹੈ ਕਿੰਨੇ ਸਪਾਈਨਲ ਕਾਰਡ ਇੰਜਰੀ ਦੇ ਪੇਸ਼ੈਂਟਸ ਹੈਗੇ ਨੇ। ਔਰ ਉਹਨੂੰ ਰਿਹੈਬਿਲਿਟੇਸ਼ਨ ਕਰਦੇ ਸੀਗੇ ਪਹਿਲਾਂ ਦਿੱਲੀ ਦੇ ਵਿੱਚ, ਜਿਹੜੇ ਨਾ ਆਲੂ ਵਾਲੀ ਹੈ ਜੀ, ਪਰ ਉੱਥੇ ਕਾਫੀ ਪੈਸੇ ਲੱਗਦੇ ਆ ਜੀ, 60-70 ਹਜ਼ਾਰ ਰੁਪਇਆ ਮਹੀਨਾ ਖਰਚ ਆਉਂਦਾ। ਇੱਥੇ ਦਵਿੰਦਰ ਹੈ ਇੱਕ ਜਿਹੜਾ ਸਪਾਈਨਲ ਕਾਰਡ ਇੰਜਰੀ ਦਾ ਪੇਸ਼ੈਂਟ ਹੈਗਾ, ਉਹ 5 ਸਾਲ ਈਵਨ ਜਿਹੜੇ ਔਰਥੋਪੈਡਿਕ ਡਾਕਟਰ, ਉਹਨਾਂ ਨੂੰ ਵੀ ਇਹ ਸਮਝ ਨਹੀਂ ਹੈਗੀ ਕਿ ਰਿਹੈਬਿਲਿਟੇਟ ਥੋੜ੍ਹਾ ਹੋ ਸਕਦੇ ਆ, ਆਪਣੇ ਜੋਗੇ ਹੋ ਸਕਦੇ ਆ। ਮੰਜੇ 'ਤੇ ਪਏ ਰਹਿੰਦੇ ਆ, ਬੈੱਡ ਸੋਰ ਹੋ ਜਾਂਦੇ ਆ, ਬਹੁਤ ਬੁਰਾ ਹਾਲ ਹੁੰਦਾ, ਡਿਪਰੈਸ਼ਨ ਚਲੇ ਜਾਂਦੇ ਆ, ਘਰਦਿਆਂ ਦੇ ਪੈਸੇ ਖਰਚ ਹੋ ਜਾਂਦੇ ਆ, ਰਹਿੰਦਾ ਕੁਛ ਨਹੀਂ ਪੱਲੇ। ਉਹ ਜਦੋਂ ਉਹਨੂੰ ਤੁਸੀਂ ਆਪਣੇ ਜੋਗਾ ਕਰ ਦਿਓ ਤਾਂ ਲੱਗਦਾ ਤੁਹਾਨੂੰ ਬਹੁਤ ਵੱਡੀ ਪ੍ਰਾਪਤੀ ਹੈ ਇਹ। ਅਸੀਂ ਜਦੋਂ ਇਹ ਸ਼ੁਰੂ ਕੀਤਾ, ਸਾਡੇ ਕੋਲ ਬੰਗਲਾਦੇਸ਼ ਤੋਂ ਆਇਆ ਇੱਕ ਲੜਕਾ,
ਸਪਾਈਨਲ ਕੋਰਡ ਇੰਜਰੀ ਦੀ ਬਹੁਤ ਛੋਟੀ ਉਮਰ ਸੀ, 30-32 ਸਾਲ, ਛੋਟੀ ਜਿਹੀ ਉਹਦੀ ਵਾਈਫ ਨਾਲ। ਉਹਦੇ ਈਮੇਲ ਆਈ ਸਾਡੇ ਕੋਲ ਵੀ ਮੈਂ ਹੋਰ ਤਾਂ ਸਭ ਤਾਂ ਪੈਸੇ ਲੱਗ ਗਏ, ਮੈਂ ਗਰੀਬ ਹਾਂ, ਮੈਂ ਨਹੀਂ ਖਰਚ ਸਕਦਾ, ਮੈਂ ਹਸਪਤਾਲ ਕਈ ਵਾਰ ਰਹਿ ਸਕਦਾ। ਤਾਂ ਉਹ ਰਹਿ ਕੇ ਵੀ 25 ਦਿਨ ਗਿਆ। ਤਾਂ ਇੰਨਾ ਅਸੀਂ ਇਸ ਸਾਡੇ ਕੋਲ ਇਮਰਾਨ ਖਾਨ ਹੈ ਇੱਕ ਲੜਕਾ, ਉਹ ਬਹੁਤ ਐਕਸਪਰਟ ਹੋਇਆ ਆਪਣੇ ਵੀਲ ਚੇਅਰ ਚਲਾਉਣ ਦੇ ਵਿੱਚ, ਤੇ ਲੋਕਾਂ ਨੂੰ ਵੀ ਮਤਲਬ ਕਰਦਾ ਹੈ, ਬਹੁਤ ਸਿੱਖਿਆ ਦਿੰਦਾ। ਉਹ ਇੱਥੇ ਥੋੜ੍ਹੇ ਦਿਨ ਰਹਿ ਕੇ ਸਾਡੇ ਮਰੀਜ਼ਾਂ ਨੂੰ ਸਿੱਖਿਆ ਦੇਗਾ। ਹੁਣ ਸਾਡੇ ਮਰੀਜ਼ ਜਿਹੜੇ ਨੇ ਉਹ ਸਿੱਖਿਆ ਦੇ ਰਹੇ ਨੇ, ਵੀਲ ਚੇਅਰ ਤੋਂ ਬੈੱਡ 'ਤੇ ਕਿਵੇਂ ਜਾਣਾ, ਬੈੱਡ ਤੋਂ ਵੀਲ ਚੇਅਰ 'ਤੇ ਕਿਵੇਂ ਜਾਣਾ, ਵੀਲ ਚੇਅਰ ਤੋਂ ਟੋਇਲਟ 'ਤੇ ਕਿਵੇਂ ਜਾਣਾ, ਫਿਰ ਉਹ ਆਪਣਾ ਬੰਦਾ ਆਪ ਕੰਮ ਕਰ ਸਕਦਾ ਸਾਰੇ। ਤਾਂ ਇਹ ਮਤਲਬ ਇਹ ਜਿਹੜੇ ਸ਼ੁਭ ਕਰਮਨ ਨੇ, ਇਹ ਫਿਰ ਉਹਨੇ ਕਿਹਾ ਬੰਗਲਾਦੇਸ਼ ਵਾਲੇ ਲੜਕੇ ਨੇ ਕਿ ਮੈਂ ਉੱਥੇ ਜਾ ਕੇ ਵੀ ਆਪਣੇ ਵਰਗਿਆਂ ਨੂੰ ਹੋਰਾਂ ਨੂੰ ਦੱਸਾਂਗਾ। ਤਾਂ ਇੱਕ ਜਿਹੜੀ ਅੱਛਾਈ ਫੈਲਦੀ ਵੀ ਹੈ, ਵੀ ਇਹ ਵੀ ਚੰਗਾ ਲੱਗਦਾ ਹੈ ਕੋ ਵੀ ਉਹ ਆਪ ਕਰਨ ਨੂੰ ਤਿਆਰ ਹੈ। ਤਾਂ ਇਹ ਜਿਹੜੇ ਸ਼ੁਭ ਕਰਮਨ ਜਿਹੜੇ ਨੇ ਕਈ ਤਰੀਕੇ ਦੇ ਨੇ। ਮਤਲਬ ਭਗਤ ਜੀ ਦਾ এনवायरमेंट ਤੇ ਬੜਾ ਫਿਕਰ ਸੀਗਾ, ਉਹਨਾਂ ਨੇ ਬੜੇ। ਦੂਸਰੀ ਗੱਲ ਜੋ ਤੁਸੀਂ ਗੱਲ ਕਰ ਰਹੇ ਸੀ, ਤੁਹਾਨੂੰ ਪਤਾ ਹੈ ਕਿ ਮੈਂ ਪਿਛਲੇ ਸਾਲ ਨੌਕਰੀ ਛੱਡ ਦਿੱਤੀ ਸੀ, IPS ਦੀ ਨੌਕਰੀ। ਤੇ ਇਹ ਸੰਕਲਪ ਹੀ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਕਿ ਜੋ ਸੰਕਲਪ ਮੈਂ ਲੈ ਲਿਆ ਸੀ, ਜੋ ਹਾਲਾਤ ਬਣ ਗਏ, ਖਾਸ ਕਰਕੇ ਜੋ ਬੇਅਦਬੀ ਗੋਲੀकांड ਦੇ ਕੇਸ ਸੀਗੇ, ਉਸ ਦੀ ਤਫਤੀਸ਼ ਕਰਦੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਮੇਰੇ ਮਨ ਦੇ ਵਿੱਚ ਇਹ ਸੰਕਲਪ ਆਇਆ ਕਿ ਹੁਣ IPS ਦੀ ਸਰਵਿਸ ਦੇ ਵਿੱਚ ਰਹਿ ਕੇ ਅਸੀਂ ਬਹੁਤੇ ਕੁਝ ਕਰ ਨਹੀਂ ਸਕਦੇ। ਇਹ ਸੰਕਲਪ ਆਇਆ, ਔਰ IPS ਦੀ ਨੌਕਰੀ ਮੇਰੀ 9 ਸਾਲ ਬਕਾਇਆ ਸੀ, ਇਹ ਛੱਡਣਾ ਬਹੁਤ ਔਖਾ ਕੰਮ ਸੀ। ਉੱਥੇ ਵੀ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਇਹ ਹਮੇਸ਼ਾ ਇਹ ਮੇਰੇ ਸੰਕਲਪ ਨੂੰ ਬਾਰ-ਬਾਰ ਕਿ ਨਹੀਂ ਹੁਣ ਨੌਕਰੀ ਛੱਡੋ। ਪਰਮਾਤਮਾ, ਮੈਨੂੰ ਇਹ ਇੰਜ ਲੱਗ ਰਿਹਾ ਸੀ ਕਿ ਪਰਮਾਤਮਾ ਵੱਲੋਂ ਆਵਾਜ਼ ਆਈ ਹੈ ਕਿ ਨੌਕਰੀ ਦੇ ਵਿੱਚ ਤੁਹਾਨੂੰ ਜੋ ਸਮਾਂ ਦਿੱਤਾ ਗਿਆ ਹੈ ਉਹ ਸਮਾਂ ਪੂਰਾ ਹੋ ਗਿਆ, ਹੁਣ ਤੁਸੀਂ ਬਾਹਰ ਨਿਕਲੋ, ਬਾਹਰ ਨਿਕਲ ਕੇ ਸਿਸਟਮ ਨੂੰ ਤੁਸੀਂ ਠੀਕ ਕਰੋ। ਤਾਂ ਅਸੀਂ ਹੌਲੀ ਜਦੋਂ ਮੈਂ ਨੌਕਰੀ ਛੱਡੀ ਸੀ, ਮੇਰੇ ਕੋਲ ਪਰਿਵਾਰ ਚਲਾਉਣ ਵਾਸਤੇ ਸਿਰਫ 1.5 ਮਹੀਨੇ ਦਾ ਖਰਚਾ ਸੀਗਾ। ਨਾ ਮੇਰਾ ਆਪਣਾ ਮਕਾਨ, ਨਾ ਕੋਈ ਚੀਜ਼ ਮੇਰੇ ਕੋਲ ਨਹੀਂ ਸੀ। ਠੀਕ ਹੈ, ਜੋ ਮੈਂ ਸਰਵਿਸ ਕੀਤੀ ਸੀ ਉਸ ਦਾ ਜੋ ਬੈਨੀਫਿਟ ਹੈ ਉਹ ਮਿਲਣਾ ਹੈ ਕਿ ਨਹੀਂ ਮਿਲਣਾ ਹੈ, ਇਹ ਵੀ ਇਹ ਵੀ ਮਤਲਬ ਨਿਸ਼ਚਿਤ ਨਹੀਂ ਸੀ ਕਿ ਉਹ ਮਿਲਣਾ ਹੈ ਕਿ ਨਹੀਂ ਮਿਲਣਾ ਹੈ ਕਦੋਂ ਮਿਲਣਾ ਹੈ। ਲੇਕਿਨ ਮੈਂ ਕਿਹਾ ਕਿ ਨਹੀਂ, ਹੁਣ ਇੱਕ ਵਾਰੀ ਤਾਂ ਬਾਹਰ ਨਿਕਲਣਾ ਹੀ ਪਵੇਗਾ, ਔਰ ਮੈਨੂੰ ਠੀਕ ਲੱਗਿਆ। ਬਾਅਦ ਦੇ ਵਿੱਚ ਦੇਖੋ ਮੈਂ ਪੋਲੀਟਿਕਲ ਕਿਸ ਭਰੋਸੇ ਤੇ ਤੁਸੀਂ ਡਿਸੀਜਨ ਲਿੱਤਾ ਜੀ? ਕਿਸ ਭਰੋਸੇ ਤੇ ਡਿਸੀਜਨ ਲਿੱਤਾ? ਨਹੀਂ, ਮੇਰੇ ਮਨ ਦੇ ਵਿੱਚ ਸਿਰਫ ਇਹ ਸੀ ਕਿ ਜਦੋਂ ਮੈਂ IPS ਕਰਕੇ ਪੰਜਾਬ ਕੈਡਰ ਮੈਨੂੰ ਮਿਲਿਆ, ਫਿਰ ਅੰਮ੍ਰਿਤਸਰ ਦੇ ਵਿੱਚ ਪਹਿਲੀ ਪੋਸਟਿੰਗ ਹੋਈ, ਮੇਰੇ ਮਨ ਦੇ ਵਿੱਚ ਸੀ ਕਿ ਜੋ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਗਲਤ ਸੇਵਾ ਨਹੀਂ ਹੈ, ਗਲਤ ਸੇਵਾ ਤੇ IPS ਦਾ ਫੁੱਲ ਫਾਰਮ ਹੁੰਦਾ ਹੈ ਇੰਡੀਅਨ ਪੁਲਿਸ ਸਰਵਿਸ, ਭਾਰਤੀ ਪੁਲਿਸ ਸੇਵਾ, ਹੈ ਤਾਂ ਸੇਵਾ ਹੀ ਨਾ। ਤਾਂ ਕੋਈ ਉਹਨੂੰ ਅਫਸਰੀ ਸਮਝ ਲੈਂਦਾ ਹੈ, ਕੋਈ ਮਤਲਬ ਸਾਰੇ ਹੀ ਬਹੁਤ 90% ਅਫਸਰੀ ਸਮਝਦੇ ਆਪਣਾ। ਉੱਥੇ ਵੀ ਦੇਖੋ, ਜਦੋਂ ਮੈਂ ਹੌਲੀ ਆਪਣਾ ਕੰਮ ਸ਼ੁਰੂ ਕੀਤਾ ਤਾਂ ਮੈਂ ਇਹ ਵੇਖਦਾ ਸੀ ਕਿ ਜੋ ਜ਼ਰੂਰਤਮੰਦ ਲੋਕ ਨੇ, ਆਮ ਲੋਕ ਨੇ, ਉਹਨਾਂ ਨੂੰ ਇਨਸਾਫ ਮਿਲਦਾ ਨਹੀਂ। ਭਾਵੇਂ ਜਿੱਥੇ ਮਰਜ਼ੀ ਚਲੇ ਜਾਓ, ਕੋਰਟ ਕਚਹਿਰੀ ਜਿੱਥੇ ਮਰਜ਼ੀ ਚਲੇ ਜਾਓ, ਕਿਤੇ ਨਹੀਂ ਮਿਲਦਾ। ਨਹੀਂ ਹੈ ਤਾਂ ਕੋਰਟ ਕਚਹਿਰੀ ਦੇ ਵਿੱਚ ਗਰੀਬਾਂ ਲਈ ਇਨਸਾਫ ਉਹਨੇ ਵੱਖਰਾ, ਵੀਰਾਂ ਲਈ ਵੱਖਰਾ। ਦੇਖੋ, ਮੈਂ ਗੀਤਾ ਦਾ ਵੀ ਅਧਿਐਨ ਕੀਤਾ ਸੀ, परित्राणाय साधुनाम बिना सहायता दुष्कृताम। परमात्मा की करते हैं कि वो ताकत दे के भेजते हैं, ताकत दे के भेजते हैं। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੀ ਤਾਂ ਪੇਜ ਨੰਬਰ 969 ਤੇ ਸੰਤਾ ਮਾਨਿਓ ਦੂਤਾ ਦਾਨਿਓ, ਠੀਕ ਹੈ ਕਿ ਇਹ ਵੀ ਮੇਰੇ ਦਫ਼ਤਰ ਦੇ ਵਿੱਚ ਹੁੰਦਾ ਸੀ, ਕਬੀਰ ਸਾਹਿਬ ਦਾ ਸੰਤਾ ਮਾਨਿਓ ਦੂਤਾ ਦਾਨਿਓ। ਇਹ ਪੁਲਿਸ ਦੇ ਉੱਤੇ ਬਹੁਤ ਹੀ ਸਟੀਕ ਬੈਠਦਾ ਹੈ, ਬਿਲਕੁਲ। ਇਹ ਕੁਟਵਾਰੀ ਮੇਰੀ। I honor and obey the saints and punish the wicked. This is my duty as God's police officer. ਮੈਂ ਸੰਤਾਂ ਦਾ ਸਤਿਕਾਰ ਕਰਦਾ ਹਾਂ, ਦੁਸ਼ਟਾਂ ਦਾ ਦਮਨ ਕਰਦਾ ਹਾਂ। ਪਰਮਾਤਮਾ ਵੱਲੋਂ ਨਿਯੁਕਤ ਇੱਕ ਪੁਲਿਸ ਅਧਿਕਾਰੀ ਵਜੋਂ ਮੇਰਾ ਇਹੀ ਫਰਜ਼ ਹੈ, ਠੀਕ ਹੈ ਕਿ ਨਹੀਂ? ਇਹ ਵੀ ਕਹਿਣਾ ਬਹੁਤ ਆਸਾਨ ਹੈ, ਲੇਕਿਨ ਅਮਲ ਕਰਨਾ ਬਹੁਤ ਮੁਸ਼ਕਿਲ ਹੈ। ਤੁਸੀਂ ਦੇਖੋਗੇ ਕਿ ਮੇਰੀ ਬਦਲੀ ਹੁੰਦੀ ਰਹੀ, ਤਕਰੀਬਨ ਪੰਜਾਬ ਦੇ ਹਰ ਏਰੀਏ ਦੇ ਵਿੱਚ ਮੇਰੀ ਪੋਸਟਿੰਗ ਰਹੀ, ਔਰ ਜਿੱਥੇ ਜਿੱਥੇ ਲੋਕੀ ਜਾਣਾ ਪਸੰਦ ਨਹੀਂ ਕਰਦੇ ਜਿਸ ਪੋਸਟਿੰਗ ਤੇ, ਉੱਥੇ ਵੀ ਮੇਰੀ ਪੋਸਟਿੰਗ ਰਹੀ। ਇਵਨ ਸੈਂਟਰਲ ਜੇਲ੍ਹ ਦੇ ਵਿੱਚ ਵੀ ਮੇਰੀ ਪੋਸਟਿੰਗ ਰਹੀ।
ਸ਼ੁਰੂਆਤੀ ਦੌਰ ਦੇ ਵਿੱਚ ਨਾਰਮਲੀ ਕੀ ਹੁੰਦਾ ਹੈ ਜਿਹਨੇ ਚੰਗਾ ਕੰਮ ਕਰਨਾ ਹੁੰਦਾ ਉਹਨੂੰ ਕਿਤੇ ਬਿਠਾ ਦਿਓ, ਉਹਨੂੰ ਉੱਥੇ ਹੀ ਕਰ ਲੈਣਾ। ਤਾਂ ਅਸੀਂ ਸਾਰਾ ਮਤਲਬ ਵਧੀਆ ਤਰੀਕੇ ਦੇ ਨਾਲ ਅਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ। ਸੈਂਟਰਲ ਜੇਲ੍ਹ ਦੇ ਵਿੱਚ ਜਦੋਂ ਪੋਸਟਿੰਗ ਹੋਈ ਮੈਂ ਕਿਹਾ ਕਿ ਨਹੀਂ PhD ਕਰਨੀ ਹੈ ਤਾਂ ਹੁਣ ਐਸੇ ਟੌਪਿਕ ਤੋਂ ਸ਼ੁਰੂ ਕਰ ਦਿੰਦੇ ਹਾਂ। ਜੇਲ੍ਹ ਦੇ ਵਿੱਚ ਜੋ ਅਸੀਂ ਸੇਵਾ ਕੀਤੀ, ਜੇਲ੍ਹ ਸੁਧਾਰ, ਉਹਦੇ ਉੱਤੇ ਹੀ PhD ਸ਼ੁਰੂ ਕਰ ਦਿੱਤੀ। ਠੀਕ ਹੈ। ਔਰ ਬਹੁਤ ਸਾਰਾ ਅਸੀਂ ਵਧੀਆ ਕੰਮ ਕਰਾਇਆ। ਤਾਂ ਮੇਰਾ ਇਹ ਕਹਿਣਾ ਹੈ ਕਿ ਜੇਕਰ ਸੰਤਾ ਮਾਨੋ ਡੂਤਾ ਦਾਨਿਓ ਇਹ ਕੁਟਵਾਰੀ ਮੇਰੀ, ਜੇਕਰ ਇਸ ਦੇ ਉੱਤੇ ਅਮਲ ਕਰਨਾ ਹੈ ਬਹੁਤ ਮੁਸ਼ਕਿਲ ਦਾ ਕੰਮ ਹੈ। ਮਾਫੀਆ ਮਤਲਬ ਮੈਂ ਤਾਂ ਇਹੀ ਕਹਾਂਗਾ, ਭਾਵੇਂ ਨੌਕਰੀ ਦੇ ਵਿੱਚ ਵੀ ਸੀਗਾ, ਹੁਣ ਨੌਕਰੀ ਛੱਡ ਕੇ ਪੋਲੀਟੀਕਲ ਫੀਲਡ ਦੇ ਵਿੱਚ ਆਇਆ ਹਾਂ। ਮੈਂ ਇਹ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਰਾਜਨੀਤੀ ਜੁਆਇਨ ਕੀਤੀ ਹੈ, ਕਿਉਂਕਿ ਮੇਰਾ ਇੱਕ ਨਾਰਾ ਹੈ ਸ਼ੁਰੂ ਤੋਂ ਹੀ, ਜਿਸ ਦਿਨ ਮੈਂ ਨੌਕਰੀ ਛੱਡੀ ਸੀ, ਰਾਜਨੀਤੀ ਕਰਨੀ ਨਹੀਂ, ਰਾਜਨੀਤੀ ਸਿੱਖਣੀ ਨਹੀਂ, लेकिन संकल्प है टोटल पॉलिटिकल रिवॉल्यूशन। क्यों? पॉलिटिक्स ही है जो हर चीज़ ਨੂੰ ਪ੍ਰਭਾਵਿਤ ਕਰਦਾ ਹੈ। ਤੇ ਇਸ ਕਰਕੇ ਟੋਟਲ ਪੋਲੀਟੀਕਲ ਰਿਵੋਲੂਸ਼ਨ, ਸੰਪੂਰਨ ਰਾਜਨੀਤਿਕ ਕ੍ਰਾਂਤੀ ਇਹ ਲੈ ਕੇ ਆਉਣੀ। ਇਹ ਵੀ ਔਖਾ ਕੰਮ ਹੈ। ਇੱਥੇ ਵੀ ਮਾਫੀਆ ਬਹੁਤ ਇੱਥੇ ਵੀ ਮਾਫੀਆ ਹੈ, ਪੋਲੀਟੀਕਲ ਮਾਫੀਆ ਸਭ ਤੋਂ ਜ਼ਿਆਦਾ ਮਤਲਬ ਪੋਲੀਟੀਕਲ ਮਾਫੀਆ ਦੇ ਨਾਲ ਸਾਹਮਣਾ ਹੋਇਆ ਨੌਕਰੀ ਦੇ ਵਿੱਚ ਵੀ ਤੇ ਇਸ ਫੀਲਡ ਦੇ ਵਿੱਚ ਜਦੋਂ ਆਏ। ਤਾਂ ਜੋ ਪੋਲੀਟੀਕਲ ਮਾਫੀਆ ਹੈ ਉਹ ਹਰ ਪਾਸੇ ਮੌਜੂਦ ਹੁੰਦਾ ਹੈ। ਲੋਕੀ ਉਸ ਦੀ ਪੂਜਾ ਕਰਦੇ ਨੇ, ਲੋਕੀ ਫੂਲ ਮਾਲਾ ਉਹ ਸਾਰਾ ਕੁਝ ਤੁਸੀਂ ਦੇਖੋਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਪੋਲੀਟੀਕਲ ਮਾਫੀਆ ਹੁੰਦਾ ਹੈ ਉਹੀ ਪ੍ਰਧਾਨ ਬਣਿਆ ਰਹਿੰਦਾ ਹੈ। ਲੇਕਿਨ ਉਹ ਸੋਸਾਇਟੀ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਬਹੁਤ ਹੀ ਤੁਸੀਂ ਦੇਖੋਗੇ ਕਿ ਇਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੁੰਦਾ ਹੈ ਨਾ, ਲੋਕਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹਨਾਂ ਦੇ ਕੋਲ ਹੀ ਜਾਣਾ ਹੈ। ਸਭ ਤੋਂ ਵੱਡਾ ਐਕਸਪਲੋਇਟੇਸ਼ਨ ਉਹੀ ਕਰਦੇ ਨੇ। ਤਾਂ ਇਹ ਸਾਰੇ ਸਿਸਟਮ ਨੂੰ ਜੇਕਰ ਦਰੁਸਤ ਕਰਨਾ ਹੈ ਤਾਂ ਫਿਰ ਸ਼ੁਭ ਕਰਮਨ ਤੋਂ ਕਬਹੂ ਨਾ ਟਰੋ। ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇੱਥੇ ਹੈ ਕਿ ਕਬਹੂ ਜੇਕਰ ਇੱਕ ਵਾਰੀ ਵੀ ਡਿਵੀਏਟ ਕਰ ਗਏ, ਵਿਚਲਿਤ ਹੋ ਗਏ ਤਾਂ ਫਿਰ ਹੋ ਗਏ, ਤਾਂ ਕਬਹੂ ਨਾ ਟਰੋ। ਵਿਧਾਨ ਸਭਾ ਦੇ ਵਿੱਚ ਜੋ ਤੁਸੀਂ ਹੁਣ ਨਿਡਰ ਹੋ ਕੇ ਸਾਰੀ ਗੱਲ ਕੀਤੀ ਹੈ, ਉਹ ਮਾਫੀਆ ਦੇ ਵਿਰੋਧੀ ਸੀ ਕਿਸਮ ਦੀ ਕਿ ਜਿਹੜੇ ਜਿਨ ਬੇਅਦਬੀ ਵਾਲੇ ਨੇ ਉਹਨਾਂ ਤੇ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗਾ ਸੀਗਾ। ਤੇ ਮੇਰਾ ਮਤਲਬ ਅੱਛਾ, ਤੇ ਜਿਹੜੀ ਆਪਣੀ ਸਾਂਝ ਹੈ ਉਹ ਸਿਰਫ ਇਸੇ ਕਰਕੇ ਹੈ ਕਿ ਤੁਸੀਂ ਇਹ ਆਪਣਾ ਨਿਸ਼ਾਨਾ ਬਣਾਇਆ ਕਿ ਸ਼ੁਭ ਕਰਮ ਤੇ ਕਬੂ ਨਾ ਟਰੋ, ਔਰ ਸੱਚ ਬੋਲਣਾ ਤੇ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ, ਇਹੀ ਮੈਨੂੰ ਸਭ ਤੋਂ ਚੰਗਾ ਲੱਗਦਾ ਤੁਹਾਡੇ ਵਿੱਚ। ਤੇ ਤਾਂ ਹੀ ਮੈਨੂੰ ਤੁਹਾਡੇ ਨਾਲ ਪਿਆਰ ਆਉਂਦਾ, ਸੱਚੀ ਗੱਲ ਹੈ। ਹੁੰਦਾ ਕੀ ਹੈ ਕਿ जीवन एक बार ही मिलता है। कबीर साहब ने भी कहा कि दुर्लभ मानुष जन्म है देह न बारंबार, तरवर जो पत्ता चरे बहुरी ने लागे डार। तो जो मनुखी जीवन दे विच आ गए तो कुछ करके जाना चाहिए है। तो लोग ज़्यादा अपने वास्ते या अपनी आने वाली जनरेशन वास्ते सोचते हैं, लेकिन मैं ये समझदा हाँ कि जेकर चंगा काम करिए, शुभ काम करमन ते जेकर पहारा दईए तो आने वाली जनरेशन ਦੇ ਬਾਰੇ ਸੋਚਣ ਵਾਸਤੇ ਜਨਤਾ ਵੀ ਹੁੰਦੀ ਹੈ, ਪਰਮਾਤਮਾ ਵੀ ਹੁੰਦੇ ਨੇ। ਅੱਛਾ, ਇਹ ਵੀ ਗਲਤ ਸੋਚ ਹੈ ਇਹ। ਉਹ ਕੀ ਸੋਚਦੇ ਆ ਆਪਣੇ ਜਨਰੇਸ਼ਨ ਵਾਸਤੇ? ਉਹ ਗਲਤ ਸੋਚ ਰਹੇ ਨੇ, ਉਹ ਗਲਤ ਸੋਚਦੇ ਨੇ। ਉਹ ਵੀ ਆਪਣੇ ਬੱਚਿਆਂ ਵਾਸਤੇ ਕੁਝ ਚੰਗਾ ਨਹੀਂ ਸੋਚ ਰਹੇ। ਪਾਣੀ ਖਰਾਬ, ਹਵਾ ਖਰਾਬ, ਧਰਤੀ ਖਰਾਬ, ਬੱਚੇ ਝੇਲਣਗੇ ਕਿਵੇਂ? ਨਹੀਂ, ਹੁਣ ਤਾਂ ਗਲੋਬਲ ਵਾਰਮਿੰਗ ਦੇਖੋ, ਸਾਰੀ ਦੁਨੀਆ ਪਰੇਸ਼ਾਨ ਹੈ, ਉਹ ਸਿਰਫ ਪੋਲੀਟੀਕਲ ਮਾਫੀਆ ਕਰਕੇ ਪਰੇਸ਼ਾਨ ਹੈ। ਇਹ ਮਤਲਬ ਇਸ ਪਾਸੇ ਵੱਲ ਪੈਸਾ ਕੀ ਕਰਨਗੇ ਤੁਹਾਡੇ ਬੱਚੇ? ਭਗਤ ਜੀ ਨੇ ਜੋ ਲਿਖਿਆ ਬਹੁਤ ਵੀ, ਜਵਾਰ ਦੇ ਦਾਣੇ ਜਿਹੜੇ ਸੀ ਉਹ ਸਰਾਣੇ ਪਏ ਸੀ, ਜਵਾਰ ਦੇ ਦਾਣੇ ਖਾਣ ਵਾਸਤੇ। ਜਵਾਰ ਤੇ ਹੀਰੇ ਤੁਹਾਡੇ ਸਰਾਣੇ ਪਏ ਸੀ ਅਮੀਰਾਂ ਦੇ, ਪਰ ਜਵਾਰ ਦੇ ਦਾਣੇ ਨਹੀਂ ਸੀ ਖਾਣ। ਮਰਨ ਵਾਲੇ ਭੁੱਖੇ ਮਰ ਗਏ। ਪਰ ਇਹ ਮਤਲਬ ਜਿਹੜੀ ਉਹਨਾਂ ਦੀ ਸੋਚ ਹੈ ਵੀ ਅਸੀਂ ਪੈਸੇ ਇਕੱਠੇ ਕਰਕੇ ਆਪਣੀ ਜਨਰੇਸ਼ਨ ਵਾਸਤੇ ਰੱਖ ਜਾਈਏ, ਉਹਨਾਂ ਨੂੰ ਅਪਾਹਜ ਬਣਾਉਣ ਵਾਲੀ ਗੱਲ ਹੈ। ਮੈਂ ਸੱਚੀ ਗੱਲ ਦੱਸਾਂ, ਮੈਂ ਛੋਟੇ ਹੁੰਦੇ ਅਰਦਾਸ ਕਰਦੀ ਹੁੰਦੀ ਸੀ ਵੀ ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਕਮੀ ਰੱਖੀ ਪੈਸਿਆਂ ਦੀ, ਤਾਂ ਕਿ ਅਸੀਂ ਮਿਹਨਤ ਕਰਦੇ ਰਹੀਏ ਭੈਣ ਭਰਾ ਸਾਰੇ। ਔਰ ਭਗਤ ਜੀ ਨੂੰ ਜਿਹੜਾ ਮਿਲਣ ਦਾ ਮੇਰਾ ਦਿਲ ਸੀ ਉਹ ਵੀ ਇਸੇ ਕਰਕੇ ਸੀ। ਮੇਰੇ ਫਾਦਰ ਤੋਂ ਬਾਅਦ ਜਦੋਂ ਮੈਂ ਆਈ ਵਾਸ ਟੂ ਮਚ ਅਟੈਚਡ ਵਿਦ ਮਾਈ ਫਾਦਰ ਸਪਿਰਿਚੁਅਲੀ, ਕਿੱਦਾਂ ਕਹਿ ਲਓ, ਹੀ ਵਾਜ਼ ਅ ਸਪਿਰਿਚੁਅਲ ਪਰਸਨ। ਉਹਨਾਂ ਨੇ ਮੈਨੂੰ ਬਹੁਤ ਘੜਿਆ, ਸਮਝ ਲਓ, ਸਪਿਰਿਚੁਅਲਿਟੀ ਵਾਲੇ ਪਾਸੇ ਕਿਤਾਬਾਂ ਪੜ੍ਹਾਈਆਂ ਨਾ ਮੇਰੇ ਫਾਦਰ। ਉਹਨਾਂ ਤੋਂ ਬਾਅਦ ਮੈਂ ਸੋਚਿਆ ਕੋਈ ਇਹੋ ਜਿਹਾ ਬੰਦਾ ਸਾਡੇ ਮਤਲਬ ਘਰ ਆਵੇ ਤੇ ਸਾਡੇ ਸਿਰ ਤੇ ਹੱਥ ਰੱਖੇ। ਭਗਤ ਪੂਰਨ ਸਿੰਘ ਨੂੰ ਮੈਂ ਤਾਂ ਭੋਗ ਤੇ ਬੁਲਾਇਆ ਸੀ ਇਹ ਸੋਚ ਕੇ। ਪਰ ਦੇਖੋ ਕਰਨੀ ਰੱਬ ਦੀ ਕਿ ਭਗਤ ਜੀ ਨੇ ਰਹੇ 2-3 ਦਿਨ ਉੱਥੇ ਸਾਡੇ ਘਰ, ਨਹੀਂ ਤਾਂ ਕਿਤੇ ਨਹੀਂ ਰਹਿੰਦੇ ਇਹ। ਜੋ ਰੱਬ ਨੇ ਵਿਧ ਬਣਾਉਣੀ ਸੀ, ਜਾ ਕੇ ਚਿੱਠੀ ਇਹੋ ਜਿਹੀ ਲਿਖ ਦਿੱਤੀ ਜੋ ਮੈਂ ਸੋਚਿਆ ਸੀ ਵੀ
ਤੁਸੀਂ ਭੈਣ ਭਰਾਵਾਂ ਨੇ ਮੇਰੇ ਸਾਹਮਣੇ ਧੀਆਂ ਪੁੱਤਰਾਂ ਦੇ ਰੂਪ 'ਚ ਪੇਸ਼ ਹੋ ਕੇ ਮੈਨੂੰ ਪਰਿਵਾਰ ਤੋਂ ਸੱਖਾ ਨਹੀਂ ਰਹਿਣ ਦਿੱਤਾ। ਇੱਕ ਵੱਡੀ ਮਤਲਬ ਜੋ ਮੈਂ ਚਾਹੁੰਦੀ ਸੀ ਵੀ ਸਾਡੇ ਸਿਰ ਤੇ ਹੱਥ ਹੋਵੇ ਭਗਤ ਜੀ ਦਾ, ਤਾਂ ਉਹ ਭਗਤ ਜੀ ਦਾ ਹੱਥ ਸਾਡੇ ਪਰਿਵਾਰ ਤੇ ਰਿਹਾ। ਉਸ ਤੋਂ ਬਾਅਦ ਹੋ ਸਕਦਾ ਕੋਈ ਮਾੜੇ ਕੰਮਾਂ ਤੋਂ ਇਸੇ ਕਰਕੇ ਬਚ ਲੂਗਾ, ਚੰਗੀ ਸੰਗਤ ਤੋਂ ਹੀ ਭਾਗਾ ਹੋਵੇ। ਤੇ ਉਹ ਚੰਗੀ ਸੰਗਤ ਜਿਹੜੀ ਹੈ ਉਹ ਤੁਹਾਨੂੰ ਚੰਗੇ ਕੰਮਾਂ ਲਈ ਪ੍ਰੇਰਨਾ ਦਿੰਦੀ ਹੈ। ਮੈਨੂੰ ਕਹਿੰਦੇ ਤੂੰ ਸੁਖਮਨੀ ਸਾਹਿਬ ਦਾ ਪਾਠ ਵਾੜ 'ਚ ਬਹਿ ਕੇ ਕਰ। ਭਗਤ ਜੀ ਕਹਿੰਦੇ ਕੀ ਲਿਖਿਆ, ਗੁਰੂ ਅਰਜਨ ਦੇਵ ਬ੍ਰਹਮ ਗਿਆਨੀ ਪਰਉਪਕਾਰ ਪਵਾਹਾ, ਬ੍ਰਹਮ ਗਿਆਨੀ ਨੂੰ ਪਰਉਪਕਾਰ ਕਰਨ ਦਾ ਚਾਅ ਚੜਿਆ ਰਹਿੰਦਾ। ਸੋ ਤੁਹਾਡੇ 'ਚ ਵੀ ਇਹ ਗੁਣ ਹੈਗੇ ਨੇ। ਤੇ ਮੈਂ ਇਹ ਕਹਿੰਦੀ ਸੀ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਕੁ ਪੜ੍ਹਿਆ ਹੈਗਾ? ਮੈਂ ਪੜ੍ਹਿਆ ਤਾਂ ਬਹੁਤ ਹਾਂ, ਔਰ ਜਦੋਂ ਮੈਂ ਪੜ੍ਹਦਾ ਹਾਂ ਤਾਂ ਦੇਖੋ ਉਹਨਾਂ ਨੂੰ ਸਰਵੰਸਦਾਨੀ ਕਿਹਾ ਜਾਂਦਾ ਹੈ। ਸਰਵੰਸਦਾਨੀ ਲੋਕੀ ਗ੍ਰੀਟਿੰਗਸ ਭੇਜ ਦਿੰਦੇ ਨੇ ਜਦੋਂ ਕੋਈ ਵੀ ਓਕੇਜਨ ਆਉਂਦਾ ਹੈ, ਲੇਕਿਨ ਇਹ ਕੋਈ ਸੋਚਦਾ ਨਹੀਂ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣਾ ਸਭ ਕੁਝ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਕੁਰਬਾਨੀ ਦਿਓ, ਸ਼ਹਾਦਤ ਤੁਸੀਂ ਦਿਓ। ਆਪਣੇ ਜਿਹੜੇ ਸਾਹਿਬਜ਼ਾਦੇ ਸਨ, ਜਦੋਂ ਉਹਨਾਂ ਨੂੰ ਪਤਾ ਹੈ ਕਿ ਮੁਗਲ ਫੌਜ ਬਹੁਤ ਸੰਖਿਆ ਦੇ ਵਿੱਚ ਹੈ, ਤਾਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਸਿੰਘ ਸਜਾ ਕੇ ਭੇਜ ਰਹੇ ਨੇ, ਉਹਨਾਂ ਦੇ ਨਾਲ 5-7 ਸਿੰਘ ਹੋਰ ਭੇਜਦੇ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਅੰਜਾਮ ਕੀ ਹੋਣਾ ਹੈ ਔਰ ਦੇਖ ਰਹੇ ਨੇ ਉਹ ਸਾਰਾ ਚੀਜ਼। ਇੱਕ ਸ਼ਹੀਦ ਹੋ ਜਾ ਰਹੇ ਨੇ, ਦੂਸਰੇ ਨੂੰ ਫਿਰ ਭੇਜ ਰਹੇ ਕਿ ਜਾਓ ਜੀ ਤੁਸੀਂ ਜੰਗ ਜੀਤ ਕੇ ਆਓ। ਇਹ ਸਭ ਚੀਜ਼ ਜੋ ਹੈ ਨਾ, ਮਤਲਬ ਜਦੋਂ ਪੜ੍ਹਨਾ ਇੱਕ ਵੱਖਰੀ ਗੱਲ ਹੁੰਦੀ ਹੈ, ਔਰ ਜਦੋਂ ਉਸ ਦੇ ਬਾਰੇ ਸੋਚਦੇ ਹਾਂ ਤਾਂ ਇਹ ਹੈ ਕਿ ਦੇਖੋ ਜਦੋਂ ਅਸੀਂ ਅੱਜ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਉਹਨਾਂ ਦੀ ਸ਼ਹਾਦਤ ਦੀ ਬਦੌਲਤ ਹੈ। ਔਰ ਇੱਥੇ ਦੇਖੋ ਪੰਜਾਬ ਵਰਗਾ ਸਟੇਟ ਹੋਵੇ ਔਰ ਇੱਥੇ ਲੂਟ ਖਸੋਟ ਪੋਲੀਟੀਸ਼ੀਅਨ ਜੋ ਆਪਣੇ ਆਪ ਨੂੰ ਬੋਲਦੇ ਨੇ ਕਿ ਹਾਂ ਕਿ ਅਸੀਂ ਪੰਜਾਬੀ ਤੇ ਪੰਜਾਬੀਅਤ ਦੇ ਤੇ ਪਹਿਰਾ ਦੇਣ ਵਾਲੇ ਹਾਂ, ਉਹਨਾਂ ਨੂੰ ਤੁਸੀਂ ਦੇਖੋ ਜਿਨ੍ਹਾਂ ਨੇ ਇਹ ਗੱਲ ਕੀਤੀ, ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਪੰਜਾਬੀਆਂ ਨੂੰ ਕੁੱਟਿਆ ਤੇ ਪੰਜਾਬੀਅਤ ਦਾ ਬੇੜਾ ਗਰਕ ਕੀਤਾ। ਠੀਕ ਹੈ, ਤਾਂ ਮੈਂ ਬਾਰ-ਬਾਰ ਇਹੀ ਵੇਖਦਾ ਹਾਂ ਕਿ ਪੜ੍ਹ ਕੇ ਉਹਦੇ ਉੱਤੇ ਉਸ ਤੋਂ ਸਿੱਖਿਆ ਲੈਣਾ ਔਰ ਅਮਲ ਕਰਨਾ। ਜੇਕਰ ਨਹੀਂ ਅਮਲ ਕਰਾਂਗੇ, ਜੇਕਰ ਮੰਨ ਲਓ ਉਹਨਾਂ ਨੇ ਉਹ ਸ਼ਹਾਦਤ ਨਹੀਂ ਦਿੱਤੀ ਹੁੰਦੀ, ਤਾਂ ਅੱਜ ਜਿਸ ਥਾਂ ਤੇ ਅਸੀਂ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਬੈਠੇ ਹਾਂ, ਇਹ ਵੀ ਸੈਂਟਰਲ ਏਸ਼ੀਆ ਦਾ ਇੱਕ ਹਿੱਸਾ ਹੋਣਾ ਸੀ। ਜਿਸ ਤਰ੍ਹਾਂ ਉਧਰ ਹੈ ਨਾ ਕਿ ਹਿੰਦੂ ਵੀ ਨਹੀਂ ਹੋਣਾ ਸੀ, ਕੋਈ ਨਹੀਂ ਹਿੰਦੂ ਵੀ ਨਹੀਂ ਸੀ ਹੋਣਾ। ਉਹ ਤਾਂ ਮਤਲਬ ਮੈਂ ਤਾਂ ਹੀ ਕਿਹਾ ਨਾ ਕਿ ਸੈਂਟਰਲ ਏਸ਼ੀਆ ਦਾ ਹਿੱਸਾ ਹੋਣਾ ਸੀ, ਮੱਧ ਏਸ਼ੀਆ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਇਹ ਸਭ ਦਾ ਹਿੱਸਾ ਇਹ ਹੋਣਾ ਸੀ। ਤੇ ਉਹਨਾਂ ਦੀ ਸ਼ਹਾਦਤ ਹੈ ਤਾਂ ਅਸੀਂ ਉਸ ਦਾ ਮੁੱਲ ਵੀ ਨਹੀਂ ਚੁਕਾ ਸਕਦੇ, ਲੇਕਿਨ ਘੱਟੋ ਘੱਟ ਅਸੀਂ ਇਹ ਤਾਂ ਕਰ ਸਕਦੇ ਹਾਂ ਕਿ ਨਤਮਸਤਕ ਹੋ ਸਕਦੇ ਹਾਂ। ਜੋ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹਦੇ ਅੱਗੇ ਨਤਮਸਤਕ ਹੋਈਏ ਤੇ ਆਪਣੇ ਵੱਲੋਂ ਉਹ ਕਰਮ ਕਰੀਏ ਕਿ ਹਾਂ ਅਸੀਂ ਮਤਲਬ ਮੇਰੇ ਖਿਲਾਫ ਕਾਫੀ ਚੈਨਲਾਂ ਤਾਂ ਕਈ ਪੋਲੀਟੀਕਲ ਲੋਕਾਂ ਨੇ, ਖਾਸ ਕਰ ਉਦੋਂ ਦੇ ਜਿਹੜੇ ਅਕਾਲੀ ਦਲ ਵਾਲੇ ਸੀਗੇ, ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ, ਉਹਨਾਂ ਨੇ ਕਾਫੀ ਕੁਝ ਮੇਰੇ ਬਾਰੇ, ਮੈਂ ਸਿੱਧਾ ਇਹੀ ਕਿਹਾ ਕਿ ਇਹ ਜਿਹੜਾ ਪੰਜਾਬ ਹੈ ਨਾ ਸਟੇਟ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਤੇ ਜੋ ਗੁਰੂ ਗੋਬਿੰਦ ਸਿੰਘ ਜੀ ਤੇ ਵਿਸ਼ਵਾਸ ਕਰਦਾ ਹੈ, ਉਹਨਾਂ ਦੀ ਸਿੱਖਿਆ ਤੇ ਅਮਲ ਕਰਦਾ ਹੈ, ਉਹੀ ਹੱਕਦਾਰ ਹੈ ਪੰਜਾਬ ਦੇ ਵਿੱਚ ਰਹਿਣ ਦਾ। ਜਿਨ੍ਹਾਂ ਨੇ ਬੇਅਦਬੀ ਕਰਵਾਈ, ਜਿਨ੍ਹਾਂ ਨੇ ਪੰਜਾਬ ਨੂੰ ਉੜਤਾ ਪੰਜਾਬ ਬਣਾਇਆ, 6ਵਾਂ ਦਰਿਆ ਨਸ਼ੇ ਦਾ ਬਹਾਇਆ ਜਿਨ੍ਹਾਂ ਨੇ, ਉਹਨਾਂ ਨੂੰ ਇਸ ਪੰਜਾਬ ਦੀ ਧਰਤੀ ਤੇ ਰਹਿਣ ਦਾ ਇਖਤਿਆਰ ਨਹੀਂ ਹੈ। ਮੈਂ ਕਲੀਅਰ ਕੱਟ ਉਦੋਂ ਵੀ ਕਿਹਾ ਸੀ, ਜਦੋਂ ਮੈਂ ਕਿਹਾ ਕਿ ਦੇਖੋ ਜੇਕਰ ਪੰਜਾਬੀਅਤ ਦੀ ਸੇਵਾ ਕਰਨੀ ਹੈ, ਉਹ ਤਾਂ ਮਨੁੱਖਤਾ ਦੀ ਸੇਵਾ ਹੈ। ਪੰਜਾਬੀਅਤ ਦੀ ਸੇਵਾ, ਜਿਸ ਚੀਜ਼ ਨੂੰ ਪੰਜਾਬੀਅਤ ਅਸੀਂ ਬੋਲਦੇ ਹਾਂ, ਉਹ ਤਾਂ ਬੇਸਿਕਲੀ ਮਨੁੱਖਤਾ ਹੈ। ਤਾਂ ਮਨੁੱਖਤਾ ਦੀ ਸੇਵਾ ਕਰੋ, ਜਾਣਾ ਤਾਂ ਹੈ ਹੀ, ਔਰ ਇਹ ਵੀ ਨਹੀਂ ਨਿਸ਼ਚਿਤ ਹੈ ਕਿ ਹਾਂ ਕਿਸਨੇ ਕਦੋਂ ਜਾਣਾ ਹੈ, ਇਹ ਨਿਸ਼ਚਿਤ ਨਹੀਂ ਹੈ। ਤੇ ਇਸ ਕਰਕੇ ਜੋ ਇੱਕ ਦਿਨ ਵੀ ਸਾਨੂੰ ਜੋ ਮਿਲ ਜਾਂਦਾ ਰਹਾ ਹੈ, ਉਸ ਨੂੰ ਮਤਲਬ ਸਫਲ ਬਣਾਉਣਾ ਚਾਹੀਦਾ ਹੈ ਔਰ ਮਨੁੱਖਤਾ ਵਾਸਤੇ ਲਗਾ ਦੇਣਾ ਚਾਹੀਦਾ। ਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਅਸੀਂ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਇਹ ਤੁਹਾਡਾ ਸ਼ੀਰਸ਼ਕ ਬਹੁਤ ਵਧੀਆ ਹੈ। ਔਰ ਅੱਜ ਦੀ ਜਿਹੜੀ ਜੋ ਜਨਰੇਸ਼ਨ ਹੈ, ਉਸ ਜਨਰੇਸ਼ਨ ਨੂੰ ਇਸ ਦੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸ ਦੇ ਉੱਤੇ ਵੱਧ ਤੋਂ ਵੱਧ ਮਤਲਬ ਖਾਸ ਕਰ ਸਟੂਡੈਂਟਸ ਨੂੰ ਅਸੀਂ ਜਾਗਰੂਕ ਕਰਦੇ ਹਾਂ, ਕਿਉਂਕਿ ਤੁਸੀਂ ਉਹਨੂੰ ਹਰਜੋਤ ਸਿੰਘ ਬੈਂਸ ਨੇ ਕਹਿ ਦਿਓ ਕਿ ਜੇ ਪਿੰਗਲਵਾੜੇ ਵੱਲੋਂ ਕੋਈ ਪੜ੍ਹਿਆ ਲਿਖਿਆ ਬੰਦਾ ਕਿ ਲੈਕਚਰ ਦੇਣਾ ਚਾਹੇ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ, ਰਾਦਰ ਤੁਹਾਨੂੰ ਆਪ ਬੁਲਾਉਣਾ ਚਾਹੀਦਾ।
ਇਹ ਬਿਲਕੁਲ ਠੀਕ ਤੇ ਜਿਹੜੇ ਸਕੂਲ ਜਿਹੜੇ ਉਹ ਆਪਣੇ ਜਿਹੜੇ ਪ੍ਰਿੰਸੀਪਲ ਆ ਜਾਂ ਹੈਡਮਾਸਟਰ ਆ ਉਹ ਬੱਚਿਆਂ ਨੂੰ ਲੈ ਕੇ ਆਉਣ, ਪਿੰਗਲਾ ਦਿਖਾਉਣ, ਤਾਂ ਅਸੀਂ ਸਮਾਜ ਬਦਲਣ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ। ਬਿਲਕੁਲ ਠੀਕ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਮਾਜ ਬਦਲੇਗਾ ਜੀ, ਜੀ। ਤਾਂ ਸਭ ਕੁਝ ਠੀਕ ਹੋਏਗਾ। ਆਪਣੀ ਕੋਸ਼ਿਸ਼ ਹੀ ਹੈ, ਬਾਕੀ ਤਾਂ ਇੱਦਾਂ ਹੀ ਚੱਲੇ ਦੁਨੀਆ, ਇੱਦਾਂ ਹੀ ਚੱਲੀ ਆਈ ਹੈ, ਇੱਦਾਂ ਹੀ ਚੱਲੀ ਜਾਣੀ ਹੈ। ਪਰ ਆਪਾਂ ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਚੰਗੇ ਕੰਮ ਕਰਨ ਤੋਂ ਕਦੇ ਪਿੱਛੇ ਨਾ ਹਟੀਏ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਅਸੀਂ ਚੰਗੀਆਂ ਗੱਲਾਂ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।